2022 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। 16 ਮਾਰਚ ਨੂੰ ਇਹ ਸਰਕਾਰ ਬਣਦੀ ਹੈ। ਇਸ ਤੋਂ ਪਹਿਲਾਂ 10 ਮਾਰਚ ਨੂੰ ਜਿਹੜੇ ਕਿ ਹੈ ਰਿਜ਼ਲਟਸ ਘੋਸ਼ਿਤ ਕੀਤੇ ਜਾਂਦੇ ਆ ਚੋਣਾਂ ਦੇ। 16 ਮਾਰਚ ਨੂੰ ਸਰਕਾਰ ਬਣਨ ਤੋਂ ਬਾਅਦ ਹੁਣ 16 ਮਾਰਚ 2023 ਆ ਚੁੱਕੀ ਹੈ, ਜਾਣੀ ਕਿ ਸਰਕਾਰ ਦਾ 1 ਸਾਲ ਪੂਰਾ ਹੋ ਚੁੱਕਿਆ ਹੈ। 5 ਸਾਲ ਦਾ ਟੈਨਿਓਰ ਹੁੰਦਾ, 5 ਸਾਲ ਦੇ ਵਿੱਚ 1 ਸਾਲ ਦਾ ਟੈਨਿਓਰ ਮਤਲਬ 20% ਟੈਨਿਓਰ ਪੂਰਾ ਹੋ ਚੁੱਕਿਆ ਹੈ। ਹੁਣ ਇਸ 20% ਟੈਨਿਓਰ ਦੇ ਵਿੱਚ ਸਰਕਾਰ ਦਾ ਕੀ ਰਿਪੋਰਟ ਕਾਰਡ ਹੈ, ਉਸ ਦੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਕੈਬਨਿਟ ਮਿਨਿਸਟਰ ਅਮਨ ਅਰੋੜਾ ਜੀ ਮੌਜੂਦ ਨੇ। ਅਮਨ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਜ਼ੀ ਮੀਡੀਆ ਤੇ। ਮਿਹਰਬਾਨੀ, ਥੈਂਕ ਯੂ ਸੋ ਮਚ ਜੀ। ਅਮਨ ਜੀ, ਵੱਖ-ਵੱਖ ਆਪਣੀ ਉਪਲਬਧੀਆਂ ਜਿਹੜੀ ਕੀ ਹੈ ਉਹ ਦੱਸੀ ਜਾ ਰਹੀਆਂ, ਤਾਂ ਤੁਹਾਡਾ ਕੀ ਕਹਿਣਾ, ਕਿਉਂਕਿ ਤੁਹਾਡੇ ਕੋਲ ਕਾਫੀ ਅਹਿਮ ਮਹਿਕਮੇ, ਹਾਊਸਿੰਗ ਤੁਹਾਡੇ ਕੋਲ ਹੈ, ਰੀਨਿਊਏਬਲ ਰਿਸੋਰਸਿਸ ਤੁਹਾਡੇ ਕੋਲ ਹੈ। ਸਭ ਤੋਂ ਪਹਿਲਾਂ ਹਾਊਸਿੰਗ ਤੇ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਤੁਸੀਂ ਕੀ ਮੰਨਦੇ ਹੋ ਕਿ 1 ਸਾਲ ਦੇ ਵਿੱਚ ਸਰਕਾਰ ਵੱਲੋਂ ਕੀ ਕੁਝ ਇਹੋ ਜਿਹਾ ਕੀਤਾ ਗਿਆ ਜਿਹੜਾ ਲੋਕਾਂ ਦੇ ਲਈ ਫਾਇਦੇਮੰਦ ਸੀਗਾ? ਦੇਖੋ, ਮੈਂ ਸਮਝਦਾ ਕਿ ਜੇ ਪਹਿਲਾਂ ਸਭ ਤੋਂ ਸਰਕਾਰ ਐਜ਼ ਏ ਹੋਲ ਦੀ ਆਪਾਂ ਗੱਲ ਕਰੀਏ ਤੇ ਸਾਡੀ ਸਰਕਾਰ ਦੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਜੋ ਪਿਛਲੇ ਲੰਬੇ ਸਮੇਂ ਦੇ ਵਿੱਚ 70-75 ਸਾਲਾਂ ਦੇ ਵਿੱਚ ਪੰਜਾਬੀਆਂ ਦਾ ਵਿਸ਼ਵਾਸ ਖਤਮ ਹੋ ਚੁੱਕਾ ਸੀਗਾ ਕਿ ਕੋਈ ਲੀਡਰ, ਪੋਲੀਟੀਕਲ ਪਾਰਟੀ, ਕੋਈ ਸਰਕਾਰ ਇਮਾਨਦਾਰ ਵੀ ਹੋ ਸਕਦੀ ਹੈ, ਅੱਜ ਉਸ ਵਿਸ਼ਵਾਸ ਦੀ ਬਹਾਲੀ ਹੋ ਚੁੱਕੀ ਹੈ। ਅੱਜ ਭਗਵੰਤ ਮਾਨ ਜੀ ਨੂੰ ਤੇ ਉਹਨਾਂ ਦੀ ਸਾਰੀ ਟੀਮ ਨੂੰ, ਸਰਕਾਰ ਨੂੰ ਦੇਖ ਕੇ ਲੋਕਾਂ ਦੇ ਵਿੱਚ ਗੱਲ ਘਰ ਕਰ ਚੁੱਕੀ ਹੈ ਕਿ ਕੋਈ ਸਰਕਾਰ, ਕੋਈ ਲੀਡਰ, ਕੋਈ ਪਾਰਟੀ ਇਮਾਨਦਾਰ ਹੋ ਸਕਦੀ ਹੈ। ਇਹ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਹੈ। ਔਰ ਮੈਂ ਸਮਝਦਾ ਕਿ ਜਿੱਥੇ ਇਹ ਵਿਸ਼ਵਾਸ ਬਹਾਲੀ ਹੋ ਜੇ, ਉੱਥੇ ਫਿਰ ਸਟੇਟ ਦੁਆਰਾ ਮੁੜ ਕੇ ਤਰੱਕੀ ਦੀਆਂ ਲੀਹਾਂ ਦੇ ਉੱਪਰ ਚੜ੍ਹਨਾ ਸੌਖਾ ਹੋ ਜਾਂਦਾ ਹੈ। ਜਿੱਥੇ ਤੱਕ ਗੱਲ ਕੀਤੀ ਤੁਸੀਂ, ਜਿਹੜੀਆਂ ਮੈਨੂੰ ਜ਼ਿੰਮੇਵਾਰੀਆਂ ਮਿਲੀ ਹੋਈਆਂ ਨੇ, ਹਾਊਸਿੰਗ ਦੀ ਆਪਾਂ ਗੱਲ ਕਰ ਲਈਏ, ਮੈਂ ਸਮਝਦਾ ਕਿ ਸਾਡਾ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਬਹੁਤ ਅਹਿਮ ਮਹਿਕਮਾ ਹੈ। ਇਹਦਾ ਜ਼ਿੰਮਾ ਜਿਹੜਾ ਉਹ ਲੋਕਾਂ ਨੂੰ ਪਲਾਨ ਡਿਵੈਲਪਮੈਂਟ ਦੇਣ ਦਾ, ਪਰ ਪਿਛਲੇ ਲੰਬੇ ਸਮੇਂ ਦੇ ਵਿੱਚ ਕਿਉਂਕਿ ਪੋਲੀਟੀਕਲ ਲੋਕਾਂ ਦੇ ਆਪਦੇ ਰੀਅਲ ਏਸਟੇਟ ਦੇ ਵਿੱਚ, ਕੋਲੋਨਾਈਜੇਸ਼ਨ ਦੇ ਵਿੱਚ ਇੰਟਰਸਟ ਪੈਦਾ ਹੋ ਗਏ ਸੀਗੇ, ਇਹੋ ਜਿਹੀਆਂ ਪਾਲਿਸੀਆਂ ਬਣਦੀ ਰਹੀਆਂ, ਇਹੋ ਜਿਹਾ ਸਿਸਟਮ ਬਣਾਇਆ ਗਿਆ ਕਿ ਤਕਰੀਬਨ ਪੰਜਾਬ ਦੇ 14,000 ਇਲੀਗਲ ਕਾਲੋਨੀਆਂ ਜਿਹੜੀਆਂ ਉਹ ਡਿਵੈਲਪ ਹੋ ਗਈਆਂ। ਇੱਕ ਅਰਬਨ ਕੰਕਰੀਟ ਦਾ ਜੰਗਲ ਸੀ ਜਿਹੜਾ ਉਹ ਖੜਾ ਹੋ ਗਿਆ। ਹੁਣ ਜਿਸ ਦਿਨ ਦੀ ਸਰਕਾਰ ਆਈ ਔਰ ਮਾਨ ਸਾਹਿਬ ਨੇ ਮੈਨੂੰ ਜ਼ਿੰਮੇਵਾਰੀ ਸੌਂਪੀ ਹੈ, ਅਸੀਂ ਇਹ ਸਾਰੇ ਸਿਸਟਮ ਨੂੰ ਸਟ੍ਰੀਮਲਾਈਨ ਕਰਨ ਲੱਗੇ ਹੋਏ ਹਾਂ। ਸਭ ਤੋਂ ਪਹਿਲਾਂ ਤਾਂ ਆਉਣ ਸਾਰ ਅਸੀਂ ਜਿਹੜੇ ਸਾਰੇ ਪ੍ਰੋਸੈਸਿਸ ਨੂੰ, ਸਾਰੀਆਂ ਪਰਮਿਸ਼ਨਸ ਨੂੰ, ਜਿਹੜੀਆਂ ਅੱਗੇ ਪਹਿਲਾਂ CLU ਦੀ ਫਾਈਲ, ਕਿਸੇ ਆਟਾ ਚੱਕੀ ਦਾ CLU ਉਹਦੀ ਫਾਈਲ ਵੀ ਮੰਤਰੀ ਕੋਲ ਆਉਂਦੀ ਸੀਗੀ, ਉਹ ਸਾਰੀਆਂ ਮੈਂ ਡੀਸੈਂਟਰਲਾਈਜ਼ ਕਰ ਦਿੱਤੀਆਂ। ਸਾਰੀਆਂ ਸਾਡੀਆਂ ਪਰਮਿਸ਼ਨਾਂ ਨੇ ਜਿਹੜੀਆਂ ਹੁਣ ਇਨਕਲੂਡਿੰਗ CLU ਉਹ ਨਿਚਲੇ ਲੈਵਲ ਤੇ, ਯਾਨੀ ਕਿ CA ਲੈਵਲ ਤੇ ਉਹ ਹੋ ਜਾਂਦੀਆਂ ਨੇ। ਅਫੋਰਡੇਬਲ ਹਾਊਸਿੰਗ ਦੀ ਅਸੀਂ ਪਾਲਿਸੀ ਲੈ ਕੇ ਆਏ, ਜਿਹਦੇ ਵਿੱਚ ਏਰੀਆ ਜਿਹੜਾ ਅਸੀਂ ਸੇਲੇਬਲ ਏਰੀਆ ਵਧਾ ਦਿੱਤਾ, ਫੀਸਾਂ ਨੇ ਜਿਹੜੀਆਂ ਸਾਰੀਆਂ ਉਹ 50% ਕਰਤੀਆਂ CLU EDC ਦੀਆਂ, ਔਰ ਸਾਰਾ ਸਿਸਟਮ ਡੀਸੈਂਟਰਲਾਈਜ਼ ਉੱਥੇ ਵੀ ਕਰ ਦਿੱਤਾ। ਇਸੇ ਤਰੀਕੇ ਦੇ ਨਾਲ ਅਸੀਂ ਇੱਕ ਨਵੀਂ ਪਾਲਿਸੀ ਹੈ ਜਿਹੜੀ ਉਹ ਫਾਈਨਲ ਹੋ ਚੁੱਕੀ ਹੈ, ਉਹਨੂੰ ਜਲਦੀ ਹੀ ਨੋਟੀਫਾਈ ਕਰ ਦਾਂਗੇ, ਜਿਸ ਦੇ ਵਿੱਚ CLU ਲੇਆਊਟ ਪਲਾਨ, ਬਿਲਡਿੰਗ ਪਲਾਨ, ਲਾਇਸੈਂਸ ਟੂ ਕਾਲੋਨੀ ਤਕਰੀਬਨ 1.5-2 ਸਾਲ ਦਾ ਸਮਾਂ ਲੱਗ ਜਾਂਦਾ ਸੀਗਾ। ਇਹ ਲੋਕਾਂ ਦੀ ਖੱਜਲ ਖੁਆਰੀ ਦਾ ਤੇ ਕਰਪਸ਼ਨ ਦਾ ਸਬੱਬ ਸੀਗਾ। ਅਸੀਂ ਇਹਨੂੰ ਸਾਰੇ ਨੂੰ ਪ੍ਰੋਸੈਸ ਨੂੰ ਬੜਾ ਸਿੰਪਲੀਫਾਈ ਕਰ ਦਿੱਤਾ। ਇੱਕੋ ਐਪਲੀਕੇਸ਼ਨ ਸਾਡਾ ਹਾਊਸਿੰਗ ਡਿਪਾਰਟਮੈਂਟ ਲਿਆ ਕਰੇਗਾ, ਔਰ 1.5 ਤੋਂ 2 ਮਹੀਨਿਆਂ ਦੇ ਵਿੱਚ ਬਾਕੀ ਵੀ ਜਿਹੜੇ 7-8 ਡਿਪਾਰਟਮੈਂਟ ਨੇ, ਚਾਹੇ ਉਹ PWD ਹੈ, ਚਾਹੇ ਉਹ ਬਿਜਲੀ ਬੋਰਡ ਹੈ, ਉਹਨਾਂ ਸਾਰਿਆਂ ਤੋਂ ਪਰਮਿਸ਼ਨਾਂ ਲੈ ਕੇ ਅਸੀਂ ਉਹਨਾਂ ਨੂੰ 2 ਮਹੀਨਿਆਂ ਦੇ ਵਿੱਚ ਅਸੀਂ ਪਰਮਿਸ਼ਨਾਂ ਦੇ ਦਿਆ ਕਰਾਂਗੇ। ਇਹਦੇ ਨਾਲ ਹੋਏਗਾ ਇਹ ਕਿ ਇਲੀਗਲ ਕਾਲੋਨੀਆਂ ਦਾ ਰੁਝਾਨ ਹੈ ਜਿਹੜਾ ਉਹ ਖਤਮ ਹੋ ਜਾਏਗਾ, ਔਰ ਲੀਗਲ ਵਾਲੇ ਪਾਸੇ ਨੇ ਜਿਹੜੇ ਲੋਕ ਚੱਲ ਪੈਣਗੇ, ਜਿਹਦੇ ਨਾਲ ਲੋਕਾਂ ਨੂੰ ਵੀ ਫਾਇਦਾ ਹੋਏਗਾ ਔਰ ਸਰਕਾਰ ਨੂੰ ਵੀ ਬੈਨੀਫਿਟ ਹੋਏਗਾ। ਔਰ ਇਹਦੇ ਨਾਲ ਹੀ ਅਸੀਂ ਬਹੁਤ ਵੱਡੀਆਂ ਡਿਵੈਲਪਮੈਂਟਸ ਨੇ ਜਿਹੜੀਆਂ ਉਹ ਵੀ ਲੈ ਕੇ ਆ ਰਹੇ ਹਾਂ। ਪਹਿਲਾਂ ਸਿਰਫ ਵੱਡੇ ਸ਼ਹਿਰਾਂ ਦੇ ਵਿੱਚ ਮਹਿਕਮੇ, ਸਾਡੇ ਅਥਾਰਟੀਜ਼ ਕਨਸੈਂਟਰੇਟਡ ਸੀਗੀਆਂ। ਹੁਣ ਮੈਂ ਸਾਡੇ ਅਫਸਰਾਂ ਨੂੰ ਅਨੁਸਾਰ ਕਿਹਾ ਕਿ ਛੋਟੇ ਸ਼ਹਿਰਾਂ ਦੇ Tier 2, Tier 3 ਸਿਟੀਜ਼ ਦੇ ਵਿੱਚ ਵੀ ਜਾਓ, ਉੱਥੇ ਵੀ ਪੂਡਾ ਦੀਆਂ ਕਾਲੋਨੀਜ਼ ਨੇ ਜਿਹੜੀਆਂ ਉਹ ਤੁਹਾਨੂੰ ਛੋਟੇ ਸ਼ਹਿਰਾਂ ਦੇ ਵਿੱਚ ਵੀ ਬੜੀ ਜਲਦੀ ਹੀ ਨਜ਼ਰ ਆਉਣੀਆਂ ਸ਼ੁਰੂ ਹੋ ਜਾਣਗੀਆਂ। ਵੱਡੀਆਂ ਡਿਵੈਲਪਮੈਂਟ, ਚਾਹੇ ਮੋਹਾਲੀ ਦੀ ਗੱਲ ਕਰ ਲਈਏ, ਬਠਿੰਡੇ ਦੀ ਗੱਲ ਕਰ ਲਈਏ, ਲੁਧਿਆਣੇ ਦੀ ਗੱਲ ਕਰ ਲਈਏ। ਲੁਧਿਆਣੇ ਕਦੇ ਕਿਸੇ ਨੇ ਸੋਚਿਆ ਨਹੀਂ ਸੀ, ਉੱਥੇ 1700 ਏਕੜ ਦੀ ਟਾਊਨਸ਼ਿਪ ਹੈ ਜਿਹੜੀ ਉਹ ਲੈ ਕੇ ਆ ਰਹੇ ਹਾਂ। ਛੋਟੇ ਸ਼ਹਿਰਾਂ ਦੇ ਵਿੱਚ ਵੀ ਆ ਰਹੀਆਂ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਕੰਮ ਬਹੁਤ ਹੈ ਕਰਨ ਵਾਲਾ, ਪਰ ਉਹ ਪਿਛਲਾ ਤਾਣਾ ਬਾਣਾ ਪਿਛਲੇ ਸਰਕਾਰਾਂ ਦੇ ਸਮੇਂ ਇੰਨਾ ਗੁਲਝਿਆ ਰਿਹਾ ਕਿ ਹੁਣ ਉਹਨੂੰ ਸਾਰੇ ਤਾਣੇ ਬਾਣੇ ਨੂੰ ਸੁਲਝਾ ਕੇ ਅਸੀਂ ਇੱਕ ਪਲਾਨਡ ਡਿਵੈਲਪਮੈਂਟ ਹੈ ਜਿਹੜੀ ਉਹ ਪੰਜਾਬ ਨੂੰ ਦੇਣ ਜਾ ਰਹੇ ਹਾਂ। ਅਮਨ ਜੀ, ਜੇਕਰ ਗੱਲ ਕੀਤੀ ਜਾਵੇ ਤਾਂ ਹਮੇਸ਼ਾ ਇੱਕ ਸਰਕਾਰ ਜਿਹੜੀ ਕੀ ਹੈ, ਇੱਕ ਲੋਕਾਂ ਨੂੰ ਵਾਅਦਾ ਕਰਦੀ ਹੈ ਕਿ ਆਮ ਲੋਕਾਂ ਨੂੰ, ਗਰੀਬ ਬੰਦੇ ਨੂੰ ਛੱਤ ਮਿਲੂਗੀ ਉਹਦੀ। ਆਪਣੀ ਅਫੋਰਡੇਬਲ ਹਾਊਸਿੰਗ ਜਿਹੜੀ ਸਕੀਮ ਹੈ ਉਸ ਦੇ ਤਹਿਤ ਪਹਿਲਾਂ ਵੀ ਕਾਫੀ ਕੁਝ ਗੱਲਾਂ ਕੀਤੀਆਂ ਗਈਆਂ, ਲੇਕਿਨ ਜ਼ਿਆਦਾ ਉਹਦਾ ਜ਼ਮੀਨੀ ਪੱਧਰ ਤੇ ਅਸਰ ਜਿਹੜਾ ਕਿ ਨਹੀਂ ਵੇਖਣ ਨੂੰ ਮਿਲਿਆ। ਹੁਣ ਇਸ ਚੀਜ਼ ਨੂੰ ਕਿਵੇਂ ਇੰਸ਼ੋਰ ਕੀਤਾ ਜਾ ਰਿਹਾ ਕਿ ਅਫੋਰਡੇਬਲ ਹਾਊਸਿੰਗ ਜਿਹੜੀ ਸਕੀਮ ਹੈ ਉਹ ਲੋਕਾਂ ਤੱਕ ਪਹੁੰਚੇ, ਲੋਕਾਂ ਨੂੰ ਉਸਦਾ ਫਾਇਦਾ ਵੀ ਮਿਲੇ? ਦੇਖੋ, ਇਸ ਤਰ੍ਹਾਂ ਹੁੰਦਾ ਹੈ ਕਿ ਸਰਕਾਰ ਦਾ ਕੰਮ ਹੁੰਦਾ ਹੈ, ਸਾਡੇ ਡਿਪਾਰਟਮੈਂਟ ਦਾ ਕੰਮ ਹੈ ਪਾਲਿਸੀ ਬਣਾਉਣਾ। ਅਸੀਂ ਲੋਕਾਂ ਨਾਲ ਮੀਟਿੰਗਾਂ ਕਰਕੇ ਵੀ ਦੱਸੋ ਭਾਈ ਤੁਸੀਂ ਅਫੋਰਡੇਬਲ ਹਾਊਸਿੰਗ ਦੇ ਵਿੱਚ ਕੀ ਚਾਹੁੰਦੇ ਹੋ। ਉਹਨਾਂ ਨੇ ਸਾਨੂੰ ਕਿਹਾ ਵੀ ਸੇਲੇਬਲ ਏਰੀਆ 62% ਤੋਂ 65% ਕਰ ਦਿਓ, ਅਸੀਂ ਉਹ ਕਰ ਦਿੱਤਾ। ਉਹਨਾਂ ਨੇ ਫੀਸਾਂ ਦਾ ਕਿਹਾ ਨਹੀਂ ਸੀਗਾ ਕਿ ਅੱਧੀਆਂ ਕਰ ਦਿਓ, ਅਸੀਂ ਫਿਰ ਵੀ
ਸਾਰੇ ਪੰਜਾਬ ਦੇ ਵਿੱਚ ਇਕੱਲੇ ਗਮਾਡਾ ਏਰੀਆ ਨੂੰ ਛੱਡ ਕੇ ਅਸੀਂ ਕਰ ਦਿੱਤਾ। ਉਹਨਾਂ ਨੇ ਕਿਹਾ ਸਾਰੀਆਂ ਪਾਵਰਸ ਡੀਸੈਂਟਰਲਾਈਜ਼ ਕਰ ਦਿਓ, ਸਾਨੂੰ ਚੰਡੀਗੜ੍ਹ ਧੱਕੇ ਖਾਣ ਆਉਣਾ ਪਵੇ, ਅਸੀਂ ਉਹ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਰੋਡਸ ਦਾ ਜਿਹੜਾ ਕੰਪੋਨੈਂਟ ਹੈ ਜਿਹਦਾ ਪਹਿਲਾਂ ਉਹਨਾਂ ਨੂੰ ਸੇਲੇਬਲ ਏਰੀਆ ਨਹੀਂ ਮਿਲਦਾ ਸੀਗਾ ਉਹ ਵਿੱਚ ਇਨਕਲੂਡ ਕਰ ਲਓ, ਉਹ ਵੀ ਕਰ ਦਿੱਤਾ। ਪਾਰਕਸ ਉਹਨਾਂ ਨੇ ਕਿਹਾ ਸੀ 10 ਦੀ ਵੀ 7.5% ਹੋਣੇ ਚਾਹੀਦੇ ਨੇ ਤਾਂ ਕਿ ਸੇਲੇਬਲ ਏਰੀਆ ਵੱਧ ਮਿਲ ਜੇ, ਉਹ ਵੀ ਹੋ ਗਿਆ। ਸਰਕਾਰ ਦਾ ਕੰਮ ਹੁੰਦਾ ਪਾਲਿਸੀ ਬਣਾਉਣਾ, ਉਹ ਅਸੀਂ ਪਾਲਿਸੀ ਬਣਾ ਦਿੱਤੀ, ਹੁਣ ਉਹਦੇ 'ਚ ਅਪਲਾਈ ਤਾਂ ਲੋਕਾਂ ਨੇ, ਕੋਲੋਨਾਈਜ਼ਰਸ ਨੇ ਕਰਨਾ, ਨੰਬਰ 1। ਨੰਬਰ 2, ਜਿਹੜੇ ਆਮ ਗਰੀਬ ਲੋਕਾਂ ਦੀ, ਲੋੜਵੰਦ ਲੋਕਾਂ ਦੀ ਇੱਕ ਹੋਰ ਸੈਕਸ਼ਨ ਹੈਗਾ ਜਿਹਨੂੰ ਆਪਾਂ EWS ਕਹਿੰਦੇ, ਇਕਨੋਮਿਕਲੀ ਵੀਕਰ ਸੈਕਸ਼ਨ। ਪਿਛਲੇ 20 ਸਾਲਾਂ ਦੇ ਵਿੱਚ ਪਿਛਲੀਆਂ ਸਰਕਾਰਾਂ ਚਾਹੇ ਕਾਂਗਰਸ ਦੀਆਂ, ਅਕਾਲੀ ਦਲ ਦੀਆਂ ਰਹੀਆਂ, ਇਹ ਮੈਂ ਪਿਛਲੇ ਦਿਨੀ ਵਿਧਾਨ ਸਭਾ ਦੇ ਵਿੱਚ ਵੀ ਦੱਸਿਆ ਕਿ ਉਹਨਾਂ ਨੇ ਇੱਕ ਵੀ ਘਰ ਹੈ ਜਿਹੜਾ ਉਹ ਲੋਕਾਂ ਨੂੰ, ਗਰੀਬ ਲੋੜਵੰਦ ਲੋਕਾਂ ਨੂੰ ਬਣਾ ਕੇ ਨਹੀਂ ਦਿੱਤਾ ਹੈਗਾ। ਅਸੀਂ ਇਸ ਸਕੀਮ ਦੇ ਤਹਿਤ, EWS ਦੇ ਤਹਿਤ ਤਕਰੀਬਨ 25,000 ਮਕਾਨ ਹੈ ਜਿਹੜਾ ਉਹ ਬੜੀ ਜਲਦੀ ਹੀ ਬਣਾ ਕੇ ਦੇਣ ਜਾ ਰਹੇ ਹਾਂ। ਉਹਦਾ ਮਾਡਲ ਹੈ ਜਿਹੜਾ ਉਹ ਤਿਆਰ ਹੋ ਚੁੱਕਿਆ, ਉਹਦਾ ਜਿਹੜਾ ਟੈਂਡਰ ਪ੍ਰੋਸੈਸ ਹੈ ਉਹ ਅਸੀਂ ਤਿਆਰ ਕਰ ਰਹੇ ਹਾਂ ਤੇ ਸੈਸ਼ਨ ਤੋਂ ਬਾਅਦ 22 ਤਰੀਕ ਤੋਂ ਬਾਅਦ ਮੈਂ CM ਸਾਹਿਬ ਨੂੰ ਰਿਕੁਐਸਟ ਕੀਤੀ ਹੈ, ਇੱਕ ਦਿਨ ਅਸੀਂ ਉਹਨਾਂ ਨੂੰ ਸਾਰਾ ਮਾਡਲ ਦਿਖਾਉਣਾ ਹੈ, ਸਾਰਾ ਜਿਹੜਾ ਪ੍ਰੋਸੈਸ ਜਿੰਨਾ ਕਰ ਚੁੱਕੇ ਹਾਂ ਉਹਨਾਂ ਨੂੰ ਦਿਖਾ ਕੇ ਉਹਨਾਂ ਦੀ ਅਪਰੂਵਲ ਲੈ ਕੇ ਬੜੀ ਜਲਦੀ ਹੀ ਅਸੀਂ ਉਹਦਾ ਟੈਂਡਰ ਹੈ ਫਲੋਟ ਕਰਨ ਜਾ ਰਹੇ ਹਾਂ। ਪਹਿਲੇ ਫੇਜ਼ ਦੇ ਵਿੱਚ ਤਕਰੀਬਨ 15,000 ਘਰ ਹੈ ਜਿਹੜਾ ਇਕਨੋਮਿਕਲੀ ਵੀਕਰ ਸੈਕਸ਼ਨ ਨੂੰ, ਲੋੜਵੰਦ ਲੋਕਾਂ ਨੂੰ ਅਸੀਂ ਉਹਨਾਂ ਨੂੰ ਦੇਵਾਂਗੇ ਤੇ ਫਿਰ ਸੈਕੰਡ ਫੇਜ਼ ਦੇ ਵਿੱਚ ਤਕਰੀਬਨ 10 ਤੋਂ 12-14,000 ਮਕਾਨ ਹੈ ਜਿਹੜਾ ਫਿਰ 2 ਫੇਜ਼ਸ ਦੇ ਵਿੱਚ ਸਾਡਾ ਟਾਰਗੇਟ ਹੈ ਕਿ ਆਉਣ ਵਾਲੇ 1.5-2 ਸਾਲਾਂ ਦੇ ਵਿੱਚ ਅਸੀਂ 25 ਤੋਂ 30,000 ਮਕਾਨ ਹੈ ਜਿਹੜਾ ਉਹ ਗਰੀਬ ਲੋੜਵੰਦ ਲੋਕਾਂ ਨੂੰ ਦੇ ਦਈਏ। ਅਮਨ ਜੀ, ਇੱਕ ਜਿਸ ਕਿਸੇ ਦੀ ਵੀ ਇੱਕ ਐਗਰੀਕਲਚਰਲ ਲੈਂਡ ਹੈ, ਜੇਕਰ ਉਹ ਕਿਸੇ ਹੋਰ ਚੀਜ਼ ਦੇ ਲਈ ਉਸ ਨੂੰ ਯੂਜ਼ ਕਰਨਾ ਚਾਹੁੰਦਾ ਤੇ ਇੱਕ ਵਰਡ ਹੈ ਜਿਸ ਵਰਡ ਦਾ ਤੁਸੀਂ ਵੀ ਇਸਤੇਮਾਲ ਕੀਤਾ ਸੀਗਾ, ਉਹ ਵਰਡ ਲੋਕਾਂ ਨੂੰ ਖੌਫਨਾਕ ਲੱਗਦਾ ਸੀਗਾ ਬਹੁਤ ਜ਼ਿਆਦਾ, ਉਹ ਸੀਗਾ CLU। ਤੇ CLU ਪਾਸ ਕਰਾਣੀ ਹੋਵੇ ਤਾਂ ਲੋਕਾਂ ਨੂੰ ਲੱਗਦਾ ਸੀਗਾ ਕਿ ਪਤਾ ਨਹੀਂ ਕਿੰਨਾ ਕੁ ਵੱਡਾ ਟਾਸਕ ਹੈ। ਹਾਲਾਂਕਿ ਇਸ ਪ੍ਰੋਸੀਜਰ ਜਿਹੜਾ ਕਿ ਉਹ ਕਾਫੀ ਸਿੰਪਲ ਹੈ, ਲੇਕਿਨ ਉਹ ਲੋਕਾਂ ਤੱਕ ਨਹੀਂ ਪਹੁੰਚ ਪਾ ਰਿਹਾ ਸੀਗਾ, ਲੋਕਾਂ ਨੂੰ ਅੜਚਨਾ ਬਹੁਤ ਆਉਂਦੀਆਂ ਸੀਗੀਆਂ। ਉਸ ਦੇ ਲਈ ਕੀ ਕੁਝ ਆਪਾਂ ਕਰਨ ਜਾ ਰਹੇ? ਦੇਖੋ, CLU ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਨੇ ਇਹੋ ਜਿਹਾ ਸਿਸਟਮ ਬਣਾਤਾ ਸੀਗਾ ਕਿ ਉਹ ਕਰਪਸ਼ਨ ਦਾ, ਲੋਕਾਂ ਦੀ ਚਮੜੀ ਲਾਹੁਣ ਦਾ ਇੱਕ ਸਾਧਨ ਸੀ ਜਿਹੜਾ ਉਹ ਲੀਡਰਾਂ ਨੇ ਤੇ ਅਫਸਰਾਂ ਨੇ ਬਣਾ ਲਿਆ ਸੀਗਾ। ਲੋਕਾਂ ਦੀ ਇੰਨੀ ਕੁ ਖੱਜਲ ਖੁਆਰੀ ਕਰਦੇ ਸੀਗੇ ਕਿ ਅਗਲਾ ਨਾਲੇ ਤਾਂ ਘਰ-ਬਾਰ ਲਟਾ ਬੈਠਦਾ ਸੀਗਾ, ਨਾਲੇ ਗੋਡੇ ਰਗੜ ਕੇ ਵਿਚਾਰਾ ਥੱਕ ਜਾਂਦਾ ਸੀਗਾ। ਤੇ ਇਹਦੇ ਉੱਪਰ ਅਸੀਂ ਪਹਿਲੇ ਦਿਨ ਤੋਂ ਕੰਮ ਸ਼ੁਰੂ ਕੀਤਾ ਤੇ ਮੈਂ ਤੁਹਾਨੂੰ ਦੱਸ ਦਿਓ, ਮੈਨੂੰ ਇੱਕ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਸੀਂ CLU ਵਰਡ ਹੀ ਪੰਜਾਬ ਦੇ ਵਿੱਚੋਂ ਖਤਮ ਕਰ ਦੇਣਾ ਹੈ। ਖਤਮ ਇਨ ਦਾ ਸੈਂਸ ਕਿ ਪਹਿਲਾਂ ਜਿਹੜੇ 4-5 ਪ੍ਰੋਸੈਸ ਹੁੰਦੇ ਸੀਗੇ ਕਿ ਪਹਿਲਾਂ CLU ਕਰਾਓ, 7-8 ਮਹੀਨੇ ਲੱਗਦੇ ਨੇ, ਫਿਰ ਬਿਲਡਿੰਗ ਪਲਾਨ ਅਪਰੂਵ ਕਰਾਓ, ਫਿਰ ਲੇਆਊਟ ਪਲਾਨ ਅਪਰੂਵ ਕਰਾਓ, ਫਿਰ ਲਾਇਸੈਂਸ ਟੂ ਕਾਲੋਨੀ ਕਰੋ। ਜੇ ਤੁਸੀਂ ਐਗਰੀਕਲਚਰ ਲੈਂਡ ਨੂੰ ਤੋਂ ਸਪੋਜ਼ ਕਾਲੋਨੀ ਕੱਟਣੀ ਹੈ, ਉੱਥੇ ਕੋਈ ਵੀ ਇੰਡਸਟਰੀ ਲਗਾਉਣੀ ਹੈ, ਉਹਨੂੰ ਸਾਲ, ਸਵਾ ਸਾਲ, 1.5 ਸਾਲ ਦਾ ਸਮਾਂ ਲੱਗ ਜਾਂਦਾ ਸੀਗਾ। ਹੁਣ ਅਸੀਂ ਇੱਕੋ ਹੀ ਕੰਮ ਕੀਤਾ ਕਿ ਇੱਕ ਐਪਲੀਕੇਸ਼ਨ, ਸਿੰਗਲ ਐਪਲੀਕੇਸ਼ਨ ਸਾਡੇ ਡਿਪਾਰਟਮੈਂਟ ਨੂੰ ਸਬਮਿਟ ਕਰੋ, ਸਾਨੂੰ ਜਾਂ ਲੋਕਲ ਗਵਰਨਮੈਂਟ ਨੂੰ ਜੇ ਮਿਊਨਿਸਪਲ ਕਮੇਟੀ ਦੇ ਅੰਦਰ ਆਉਂਦੀ ਹੈ, ਤੇ ਚੈੱਕਲਿਸਟ ਦੇਵਾਂਗੇ ਕਿ ਆਹ ਸਾਨੂੰ ਡਾਕੂਮੈਂਟ ਚਾਹੀਦੇ ਨੇ। ਉਹ ਚੈੱਕਲਿਸਟ ਜਿਹੜੇ ਅਸੀਂ ਸਾਰੇ 7-8 ਮਹਿਕਮੇ ਦੂਸਰੇ, ਚਾਹੇ ਬਿਜਲੀ ਬੋਰਡ ਹੈ, ਚਾਹੇ ਪੋਲਿਊਸ਼ਨ ਕੰਟਰੋਲ ਬੋਰਡ ਹੈ, ਚਾਹੇ PSPCL ਹੈ, ਅਸੀਂ ਉਹਨਾਂ ਤੋਂ ਲੈ ਲਿਆ। ਉਹਨਾਂ ਦੇ ਡਾਕੂਮੈਂਟ ਇੱਕ ਵਾਰੀ ਫੜ ਲਿਆ ਕਰਾਂਗੇ, ਉਹਨੂੰ ਸਕਰੂਟਨਾਈਜ਼ ਕਰਕੇ ਉਹਨਾਂ ਕੰਸਰਨਡ ਮਹਿਕਮੇ ਤੋਂ 15 ਦਿਨਾਂ ਦੇ ਵਿੱਚ ਅਸੀਂ ਆਪ NOC ਲੈ ਲਿਆ ਕਰਾਂਗੇ ਤੇ 2 ਮਹੀਨਿਆਂ ਦੇ ਅੰਦਰ ਅਸੀਂ ਲੋਕਾਂ ਨੂੰ CLU, ਲੇਆਊਟ ਪਲਾਨ, ਬਿਲਡਿੰਗ ਪਲਾਨ ਸਾਰਾ ਕੁਝ ਅਪਰੂਵ ਕਰਕੇ 2 ਮਹੀਨਿਆਂ ਦੇ ਵਿੱਚ ਅਸੀਂ ਲੋਕਾਂ ਨੂੰ ਦੇ ਦਿਆ ਕਰਾਂਗੇ। ਇਹਦੇ ਨਾਲ ਲੋਕਾਂ ਦੀ ਖੱਜਲ ਖੁਆਰੀ ਜਿਹੜੀ ਉਹ ਬਿਲਕੁਲ ਖਤਮ ਹੋ ਜਾਏਗੀ। ਇਹਦੇ ਨਾਲ ਜਿਹੜੀਆਂ ਭ੍ਰਿਸ਼ਟਾਚਾਰ ਦਾ ਸਬੱਬ ਬਣਿਆ ਹੋਇਆ ਸੀਗਾ, ਕਰਪਟ ਪ੍ਰੈਕਟਿਸਿਸ ਸੀਗੀਆਂ, ਉਹ ਸਾਰੀਆਂ ਖਤਮ ਹੋ ਜਾਣਗੀਆਂ ਤੇ ਇਹਦੇ ਨਾਲ ਇਲੀਗਲ ਕਲੋਨੀਆਂ ਦਾ ਤੇ ਡਿਵੈਲਪਮੈਂਟਾਂ ਦਾ ਰੁਝਾਨ ਹੈ ਜਿਹੜਾ ਉਹ ਵੀ ਖਤਮ ਹੋ ਜਾਊਗਾ। ਸੋ ਇਹ ਬਹੁਤ ਵੱਡੇ, ਮੈਂ ਸਮਝਦਾ ਕਿ ਕ੍ਰਾਂਤੀਕਾਰੀ ਇਨੀਸ਼ੀਏਟਿਵ ਨੇ ਜਿਹੜੇ ਅਸੀਂ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਲੈ ਰਹੇ ਹਾਂ। ਔਰ ਇਹਦੇ ਨਾਲ ਜਿਵੇਂ ਔਰ ਇਹੋ ਜਿਹੇ ਗੁਲਾਟੀ ਸਾਹਿਬ, ਇਹੋ ਜਿਹੇ ਇਸ਼ੂਜ਼ ਉਲਝੇ ਪਏ ਸੀਗੇ। ਜਿਵੇਂ ਇੱਕ ਦਿਨ ਮੇਰੇ ਕੋਲ ਡੇਰਾਬੱਸੀ ਇੰਡਸਟਰੀ ਐਸੋਸੀਏਸ਼ਨ ਦੇ ਆਏ, ਉਹ ਕਹਿੰਦੇ ਜੀ ਸਾਨੂੰ ਮੁੱਦਤਾਂ ਹੋ ਗਈਆਂ ਚੱਕਰ ਕੱਟਦਿਆਂ ਨੂੰ ਦਫ਼ਤਰਾਂ ਦੇ, ਜੇ ਉਹਨਾਂ ਨੇ ਇੰਡਸਟਰੀ ਸੈਟਅਪ ਕਰਨੀ ਹੈ, ਸਟੈਂਡ ਅਲੋਨ ਇੰਡਸਟਰੀ, ਤੇ ਉਹਨਾਂ ਨੂੰ ਹਾਊਸਿੰਗ ਡਿਪਾਰਟਮੈਂਟ ਤੋਂ ਵੀ ਨਕਸ਼ੇ ਪਾਸ ਕਰਾਉਣੇ ਪੈਂਦੇ ਨੇ ਤੇ ਇੰਡਸਟਰੀ ਡਿਪਾਰਟਮੈਂਟ ਤੋਂ ਵੀ ਕਰਾਉਣੇ ਪੈਂਦੇ ਨੇ। ਉਹਨਾਂ ਦੋਨਾਂ ਦੇ ਤਾਲਮੇਲ ਦੇ ਵਿੱਚ ਹੀ ਇੰਡਸਟਰੀਜ਼ ਦੀ ਬੱਸ ਹੋ ਜਾਂਦੀ ਸੀਗੀ। ਮੈਂ ਇੱਕ ਦਿਨ ਉਹਨਾਂ ਨੂੰ ਬੁਲਾਇਆ, ਸਾਡੇ ਹਾਊਸਿੰਗ ਵਾਲੇ ਤੇ ਇੰਡਸਟਰੀ ਵਾਲੇ ਅਫਸਰਾਂ ਨੂੰ ਬਿਠਾਇਆ, ਜਦੋਂ ਗੱਲ ਸਮਝੀ ਤੇ 3 ਮਿੰਟਾਂ ਦੇ ਵਿੱਚ ਫੈਸਲਾ ਕਰਤਾ ਕਿ ਸਾਡੇ ਤੋਂ ਅਪਰੂਵਲ ਲੈਣ ਦੀ ਲੋੜ ਹੀ ਨਹੀਂ ਹੈਗੀ। ਅਸੀਂ ਉਹ ਸਾਰਾ ਡਾਇਰੈਕਟਰ ਫੈਕਟਰੀਜ਼ ਨੂੰ ਅਸੀਂ ਆਥੋਰਾਈਜ਼ ਕਰਤਾ ਕਿ ਇਹਨਾਂ ਦੇ ਨਕਸ਼ੇ ਤੁਸੀਂ ਪਾਸ ਕਰੋ। ਹਾਂ, ਤੁਹਾਨੂੰ ਹੈਂਡ ਹੋਲਡਿੰਗ ਦੀ ਲੋੜ ਹੈ ਹਾਊਸਿੰਗ ਡਿਪਾਰਟਮੈਂਟ ਵੱਲੋਂ, ਅਸੀਂ ਉਹਨਾਂ ਨੂੰ ਆਪਦਾ ਅਫਸਰ ਹੈ ਜਿਹੜਾ ਉਹ ਦੇ ਦਿੱਤਾ ਇੱਕ, ਕਿ ਭਾਈ ਇੱਥੇ ਬੈਠ ਕੇ ਸਾਡਾ ਅਫਸਰ ਹੈ ਜਿਹੜਾ
ਉਹਨਾਂ ਦੀ ਹੈਂਡ ਓਵਰ 2-3 ਮਹੀਨਿਆਂ ਦੇ ਵਿੱਚ ਇੰਡਸਟਰੀ ਵਾਲਿਆਂ ਨੇ ਸਾਰਾ ਕੰਮ ਸਮਝ ਜਾਣਾ ਹੈ ਤੇ ਉਦੋਂ ਮਗਰੋਂ ਕੰਮ ਸੌਖਾ ਹੋ ਜਾਊਗਾ। ਸੋ ਬਿਨਾਂ ਗੱਲ ਤੋਂ ਉਲਝਣਾਂ ਪਾਈਆਂ ਹੋਈਆਂ ਸੀ, ਉਹ ਸਾਰੀਆਂ ਅਸੀਂ ਸਟ੍ਰੀਮਲਾਈਨ ਕਰ ਲੱਗੇ ਹੋਏ ਹਾਂ। ਪਹਿਲਾਂ ਰਸਤੇ ਬਹੁਤ ਸੌਖੇ ਸੀਗੇ, ਲੇਕਿਨ ਗੁੰਝਲ ਪਾਈ ਹੋਈ ਸੀਗੀ ਜ਼ਬਰ। ਜਾਣ ਕੇ ਪਾਈਆਂ ਹੋਈਆਂ ਸੀਗੀਆਂ ਜੀ, ਕਿਉਂਕਿ ਆਪਦੇ ਸੈਲਫ ਇੰਟਰਸਟ ਸੀਗੇ। ਓਕੇ। ਹੋਰ ਇਹੋ ਜਿਹਾ ਕੋਈ ਕੰਮ ਨਹੀਂ ਹੁੰਦਾ ਹੈਗਾ ਜਿਹੜਾ ਸਰਕਾਰ ਚਾਹੇ ਨੀਅਤ ਸਾਫ਼ ਸੁਥਰੀ ਹੋਵੇ ਤੇ ਹੋ ਨਾ ਸਕਦਾ ਹੋਵੇ। ਸਿੱਧੇ ਕੰਮ ਨੂੰ ਵੀ ਐ ਜਲੇਬੀ ਵਾਂਗੂ ਉਲਝਾ ਕੇ ਰੱਖਦੇ ਸੀਗੇ ਤਾਂ ਕਿ ਲੋਕਾਂ ਦੀ ਬੱਸ ਹੋਵੇ, ਤੇ ਜਦੋਂ ਲੋਕਾਂ ਦੀ ਬੱਸ ਹੋਊਗੀ ਤਾਂ ਹੀ ਲੋਕਾਂ ਦੀ ਚੰਮ ਲਾ ਸਕਣਗੇ। ਆਹ ਕੰਮ ਚੱਲਦਾ ਸੀਗਾ। ਉਹ ਸਾਡੇ ਕੋਲੇ ਉਹ ਸੋਚ ਦੇ ਅਸੀਂ ਸਖਤ ਖਿਲਾਫ ਹਾਂ। ਇਹ ਕੰਮ ਸਿੱਧਾ ਹੋ ਜਾਏ ਜੀ। ਤੇ ਕਿਉਂਕਿ ਤਰੱਕੀ ਦੀ ਗੱਲ ਕਰਦੇ ਹਾਂ, ਜਦੋਂ ਆਪਾਂ ਪੰਜਾਬ ਦੀ ਮੋਹਾਲੀ ਬਹੁਤ ਅਹਿਮ ਸਿਟੀ ਹੈ ਪੰਜਾਬ ਦੀ, ਟਰਾਈ ਸਿਟੀ ਦੇ ਨਾਲ ਲੱਗੀ ਹੋਈ ਸਿਟੀ ਹੈ, ਤੇ ਮੋਹਾਲੀ ਤੋਂ ਜਿਹੜਾ ਕਿ ਇੰਡਸਟਰੀ ਵੀ ਕਾਫੀ ਹੈ, ਮੋਹਾਲੀ ਦੇ ਵਿੱਚ ਹਾਊਸਿੰਗ ਵੀ ਕਾਫੀ ਜਿਹੜੀ ਕਿ ਫਲਰਿਸ਼ ਕਰ ਰਹੀ ਹੈ। ਮੋਹਾਲੀ ਨੂੰ ਹੋਰ ਬੈਟਰ ਕਿਸ ਤਰੀਕੇ ਨਾਲ ਆਪਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਮੋਹਾਲੀ ਇੱਕ ਇਹੋ ਜਿਹੀ ਸਿਟੀ ਹੈ ਜੋ ਕਿ ਪੂਰੇ ਪੰਜਾਬ ਦੇ ਤਰੱਕੀ ਦੇ ਵਿੱਚ ਯੋਗਦਾਨ ਆਪਣਾ ਇੱਕ ਅਹਿਮ ਪਾਉਂਦੀ ਹੈ। ਦੇਖੋ, ਇਸ ਤਰ੍ਹਾਂ ਕਿ ਮੋਹਾਲੀ ਨੋ ਡਾਊਟ ਪੂਰੇ ਪੰਜਾਬ ਦੀ ਵੈਸੇ, ਔਰ ਖਾਸ ਤੌਰ ਤੇ ਅਰਬਨ ਹਾਊਸਿੰਗ ਡਿਵੈਲਪਮੈਂਟ ਡਿਪਾਰਟਮੈਂਟ ਦੀ ਸਾਡੇ ਦੀ ਇਹ ਇੱਕ ਸ਼ੋਕੇਸ ਵਿੰਡੋ ਹੈ, ਔਰ ਬੜੀ ਜਲਦੀ ਹੀ ਮੋਹਾਲੀ ਨੇ ਤਰੱਕੀ ਕੀਤੀ ਹੈ। ਔਰ ਇੰਨਾ ਕੁ ਰਸ਼ ਰਹਿਣ ਲੱਗ ਗਿਆ ਹੁਣ ਇੱਥੇ, ਜਿਵੇਂ ਤੁਸੀਂ ਸਪੋਜ਼ 에ਅਰਪੋਰਟ ਰੋਡ ਦੇਖਿਆ ਹੈ ਤੇ 7-8 ਸਾਲ ਪਹਿਲਾਂ 10 ਸਾਲ ਪਹਿਲਾਂ ਸ਼ਾਇਦ ਉਸ ਰੋਡ ਦਾ ਕਿਸੇ ਨੂੰ ਪਤਾ ਵੀ ਨਹੀਂ ਸੀਗਾ, ਤੇ ਅੱਜ ਉੱਥੇ ਟ੍ਰੈਫਿਕ ਜੈਮ ਨੇ ਜਿਹੜੇ ਉਹ ਲੱਗਣੇ ਸ਼ੁਰੂ ਹੋਏ। ਇੱਕ ਰੈੱਡ ਲਾਈਟ ਤੇ 2-3 ਵਾਰੀ ਜਿਹੜਾ ਉਹ ਲੋਕਾਂ ਨੂੰ ਖੜਨਾ ਪੈਂਦਾ। ਸੋ ਇਹ ਇੱਕ ਤਾਂ ਜਿਹੜਾ ਅਸੀਂ ਇਹਨੂੰ ਸਾਰੇ ਨੂੰ ਫ੍ਰੀਵੇ ਕਰ ਰਹੇ ਹਾਂ, ਉਹਦੇ 3 ਫੇਜ਼ਾਂ ਦੇ ਵਿੱਚ ਅਸੀਂ 16 ਰਾਉਂਡ ਅਬਾਊਟ ਜਾਂ ਅੰਡਰ ਓਵਰ ਬ੍ਰਿਜ ਅਸੀਂ ਉਹ ਪਲਾਨ ਕਰ ਰਹੇ ਹਾਂ ਤਾਂ ਕਿ ਲੋਕਾਂ ਨੂੰ ਉੱਥੇ ਖੱਜਲ ਖੁਆਰੀ ਨਾ ਹੋਵੇ। ਇਸ ਤੋਂ ਇਲਾਵਾ ਜਿਵੇਂ ਇਹ ਤਾਂ ਚਲੋ ਇੱਕ ਛੋਟੀ ਜਿਹੀ ਗੱਲ ਹੈ, ਬ੍ਰੌਡਰ ਤੌਰ ਦੇ ਉੱਪਰ ਵੱਡੀਆਂ ਡਿਵੈਲਪਮੈਂਟਸ ਨੇ ਜਿਹੜੀਆਂ ਉਹ ਆ ਰਹੀਆਂ ਨੇ। ਐਰੋ ਸਿਟੀ 3 ਆ ਰਿਹਾ ਹੈ, ਐਟਰੋਪੋਲਿਸ ਜਿਹੜਾ ਕਿ 5500 ਏਕੜ ਦੇ ਵਿੱਚ ਕੱਟ ਰਹੇ ਹਾਂ, ਪਹਿਲੇ ਫੇਜ਼ ਦੇ 1600 ਏਕੜ ਦੀ ਹਾਊਸ ਡਿਵੈਲਪਮੈਂਟ ਹੋਣੀ ਹੈ, ਉਹ ਆ ਰਿਹਾ ਹੈ। ਇਸ ਤੋਂ ਇਲਾਵਾ ਮੈਨੂੰ ਦੱਸ ਦਿਓ, ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਸੀਂ ਪਿਛਲੇ ਦਿਨੀ ਗਮਾਡਾ ਨੇ ਆਕਸ਼ਨ ਰੱਖੀ ਸੀਗੀ, ਤੇ ਉਹ ਆਕਸ਼ਨ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਨੇ ਜਿਹੜੇ ਉਹ ਤੋੜ ਦਿੱਤੇ, ਨਵਾਂ ਕੀਰਤੀਮਾਨ ਸਥਾਪਿਤ ਕਰ ਦਿੱਤਾ। 46 ਪ੍ਰਾਪਰਟੀਆਂ ਨੇ ਜਿਹੜੀਆਂ ਉਹ 1931 ਕਰੋੜ ਦੀਆਂ ਉਹ ਵਿਕੀਆਂ ਨੇ, ਜਿਹੜੀਆਂ ਕਿ ਰਿਜ਼ਰਵ ਪ੍ਰਾਈਸ ਤੋਂ 350 ਕਰੋੜ ਵੱਧ ਨੇ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਰੀਅਲ ਐਸਟੇਟ ਮਹਿੰਗੀ ਹੁੰਦੀ ਹੈ ਨਾ ਜੀ, ਤੇ ਉਹ ਉਸ ਸਟੇਟ ਦੀ ਖੁਸ਼ਹਾਲੀ ਦਾ ਪ੍ਰਤੀਕ ਹੁੰਦੀ ਹੈ। ਜ਼ਮੀਨਾਂ ਜਾਇਦਾਦਾਂ ਦੇ ਰੇਟ ਵਧਨੇ ਮਤਲਬ ਕਿ ਸਟੇਟ ਰਾਜ ਤਰੱਕੀ ਵੱਲ ਵਧ ਰਿਹਾ ਹੈ। ਔਰ ਮੈਂ ਸਮਝਦਾ ਕਿ ਇਹ ਸਭ ਤੋਂ ਵੱਡਾ ਪੈਰਾਮੀਟਰ ਹੈ। ਔਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਅੱਜ ਲੋਕਾਂ ਦਾ ਵਿਸ਼ਵਾਸ ਬਣ ਚੁੱਕਿਆ ਕਿ ਇੱਥੇ ਕਿ ਇਮਾਨਦਾਰ ਸਰਕਾਰ ਹੈ, ਇੱਥੇ ਲੋਕਾਂ ਨੂੰ ਫੈਸਿਲੀਟੇਟ ਕੀਤਾ ਜਾਏਗਾ, ਬਿਜ਼ਨਸਮੈਨ ਨੂੰ, ਇਨਵੈਸਟਰ ਨੂੰ ਫੈਸਿਲੀਟੇਟ ਕੀਤਾ ਜਾਏਗਾ। ਇਸੇ ਕਰਕੇ ਅੱਜ ਜਿਹੜਾ ਇਹ ਸਾਡੀ ਸਕਸੈਸਫੁਲ ਹੋਈ ਹੈ ਆਕਸ਼ਨ, ਤੇ ਹੋਰ ਵੀ ਬਹੁਤ ਡਿਵੈਲਪਮੈਂਟਸ ਨੇ ਜਿਹੜੀਆਂ ਉਹ ਤੁਸੀਂ, ਕਿਉਂਕਿ ਅੰਡਰ ਪ੍ਰੋਸੈਸ ਨੇ, ਮੈਂ ਇਹ ਤੁਹਾਨੂੰ ਸਾਰੀਆਂ ਡਿਸਕਲੋਜ਼ ਵੀ ਨਹੀਂ ਕਰ ਸਕਦਾ ਹੈਗਾ। ਸੋ ਵੱਡੇ ਪੱਧਰ ਤੇ ਤੁਹਾਨੂੰ ਡਿਵੈਲਪਮੈਂਟਸ ਮੋਹਾਲੀ ਤੇ ਸਰਾਊਂਡਿੰਗ ਏਰੀਆ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਜੀ। ਉੱਥੇ ਰੀਨਿਊਏਬਲ ਰਿਸੋਰਸਿਸ ਦੀ ਗੱਲ ਕੀਤੀ ਜਾਵੇ, ਦੇਖੋ ਰਿਸੋਰਸਿਸ ਜਿਹੜੇ ਕੀ ਹੈ ਅਮਨ ਜੀ ਕਾਫੀ ਘੱਟ ਹੈ ਸਾਡੇ ਕੋਲ। ਉਹਨੂੰ ਘੱਟ ਰਿਸੋਰਸਿਸ ਦੇ ਵਿੱਚ ਵੱਧ ਆਪਾਂ ਉਸ ਦੀ ਯੂਟਿਲਾਈਜੇਸ਼ਨ ਕਰੀਏ, ਤਾਂ ਦੂਜੇ ਪਾਸੇ ਰੀਨਿਊਏਬਲ ਜਿਹੜੇ ਸੋਰਸਿਸ ਹੈ ਉਹਨਾਂ ਦੇ ਵੱਲ ਹੁਣ ਸਰਕਾਰ ਦਾ ਰੁਝਾਨ ਜ਼ਿਆਦਾ ਜਾ ਰਿਹਾ। ਉਸ ਦੇ ਵਿੱਚ ਕੀ ਕੁਝ ਜਿਹੜਾ ਕਿ ਕੀਤਾ ਜਾ ਰਿਹਾ, ਖਾਸ ਤੌਰ ਤੇ ਪਰਾਲੀ ਜਿਹੜੀ ਕੀ ਹੈ, ਪਰਾਲੀ ਲੋਕਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਸਾਡੇ ਲਈ ਕਿਸੇ ਕੰਮ ਦੀ ਨਹੀਂ ਹੈ, ਲੇਕਿਨ ਸਰਕਾਰ ਕੋਸ਼ਿਸ਼ ਕਰ ਰਹੀ ਹੈ ਉਹਨਾਂ ਨੂੰ ਦੱਸਿਆ ਜਾਵੇ ਕਿ ਤੁਹਾਡਾ ਐਸਟ ਹੈ, ਤੇ ਉਸ ਦੇ ਲਈ ਕੀ ਕੁਝ ਸਰਕਾਰ ਕਰਨ ਜਾ ਰਹੀ ਹੈ। ਦੇਖੋ, ਮੈਂ ਸਮਝਦਾ ਕਿ ਜਿੱਥੇ ਚੈਲੰਜਸ ਹੁੰਦੇ ਨੇ ਓਪਰਚੁਨਿਟੀਜ਼ ਵੀ ਉੱਥੇ ਹੀ ਬਹੁਤ ਹੁੰਦੀਆਂ ਨੇ। ਨਿਊ ਐਂਡ ਰੀਨਿਊਏਬਲ એનર્ਜੀ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਬੇਸਿਕਲੀ 2 ਸੈਕਸ਼ਨਸ ਨੇ। ਇੱਕ ਸੋਲਰ ਦਾ, ਸੋਲਰ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਅਸੀਂ ਕੰਮ ਕਰ ਰਹੇ ਹਾਂ। ਸਾਰੇ ਸਰਕਾਰੀ ਦਫ਼ਤਰਾਂ ਨੂੰ ਸੋਲਰਾਈਜ਼ ਕਰਨ ਦਾ ਅਸੀਂ ਪ੍ਰੋਸੈਸ ਸ਼ੁਰੂ ਕੀਤਾ ਹੋਇਆ। ਇਹਦੇ ਨਾਲ ਕਨਾਲ ਟੌਪ ਨਹਿਰਾਂ ਦੇ ਉੱਪਰ ਸੋਲਰ ਪਲਾਂਟ ਲਾਉਣ ਦਾ ਉਹ ਟੈਂਡਰ ਹੈ ਜਿਹੜਾ ਉਹ ਅਸੀਂ ਫਲੋਟ ਕੀਤਾ ਹੋਇਆ। ਫਲੋਟਿੰਗ ਸੋਲਰ, ਪਾਣੀ ਦੇ ਉੱਪਰ ਤੈਰਦੇ ਹੋਏ ਸੋਲਰ ਪੈਨਲ ਹੈ ਜਿਹੜਾ, ਉਹਦਾ ਅਸੀਂ ਟੈਂਡਰ ਫਲੋਟ ਕੀਤਾ, ਤੇ ਜਲਦੀ ਹੀ ਲੋਕਾਂ ਦਾ ਐਕਸਪ੍ਰੈਸ਼ਨ ਆਫ ਇੰਟਰਸਟ ਹੈ ਜਿਹੜਾ ਉਹਦੇ 'ਚ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਪਰਾਲੀ ਪੰਜਾਬ ਦੇ ਵਿੱਚ ਤਕਰੀਬਨ 20 ਮਿਲੀਅਨ ਟਨ, ਯਾਨੀ ਕਿ 2 ਕਰੋੜ ਟਨ ਪਰਾਲੀ ਹੈ ਜਿਹੜੀ ਉਹ ਹੁੰਦੀ ਹੈ, ਜਿਹਦੇ 'ਚੋਂ ਤਕਰੀਬਨ 70-80 ਲੱਖ ਹੈ ਜਿਹੜੀ ਉਹ ਤਾਂ ਵਿੱਚ ਹੀ ਰਲਾ ਕੇ ਖੇਤ ਦੇ ਵਿੱਚ ਜਾਂ ਉਹਨੂੰ ਐਕਸੀਟੂ ਇਨਸੀਟੂ ਸਾਂਭ ਲਈ ਜਾਂਦੀ ਹੈ। 12 ਮਿਲੀਅਨ ਟਨ ਯਾਨੀ ਕਿ 1 ਕਰੋੜ 20 ਲੱਖ ਟਨ ਦੇ ਕਰੀਬ ਪਰਾਲੀ ਅੱਜ ਵੀ ਅਵੇਲੇਬਲ ਹੈ। ਪਰਾਲੀ ਹੈ ਜਿਹੜੀ ਉਹ ਅੱਜ ਜਿੱਥੇ ਮਜਬੂਰੀ ਬਸ ਕਿਸਾਨ ਕੋਲ ਹੋਰ ਆਪਸ਼ਨ ਨਹੀਂ ਹੈਗੀ, ਉਹ ਤੀਲੀ ਲਾ ਕੇ ਉਹਨੂੰ ਸਾੜ ਦਿੰਦਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਪਰਾਲੀ ਕਿਸਾਨ ਦੀ ਕਮਾਈ ਦਾ ਸਾਧਨ ਬਣ ਜੇ, ਅਸੀਂ ਉਸ ਪਾਸੇ ਲੱਗੇ ਹੋਏ ਹਾਂ। ਏਸ਼ੀਆ ਦਾ ਸਭ ਤੋਂ ਵੱਡਾ ਪਲਾਂਟ ਵਰਬੀਓ ਕੰਪਨੀ ਦਾ 43 TPD ਦਾ, ਉਹ ਪਟਾਲ ਕਲਾਂ ਲਹਿਰੇ ਗਾਗੇ ਦੇ ਵਿੱਚ ਉਹ ਸ਼ੁਰੂ ਹੋ ਚੁੱਕਿਆ। ਸੀਐਮ ਸਾਹਿਬ ਅਕਤੂਬਰ ਦੇ ਵਿੱਚ ਉਹਨੂੰ ਇਨੋਗਰੇਟ ਕਰਕੇ ਆਏ ਨੇ। 43 ਹੋਰ ਪਲਾਂਟ ਨੇ ਜਿਹੜੇ ਅਸੀਂ ਉਹ ਸੈਂਕਸ਼ਨ ਕਰਕੇ ਨੇ। ਉਹਨਾਂ ਦੇ ਕੁਝ ਇਸ਼ੂ ਸੀਗੇ, ਕੁਝ ਸਟੇਟ ਗਵਰਨਮੈਂਟ ਦੇ ਨਾਲ, ਕੁਝ ਸੈਂਟਰਲ ਗਵਰਨਮੈਂਟ ਦੇ ਨਾਲ।
ਉਹਨਾਂ ਨੂੰ ਹੱਲ ਕਰਨ ਦੇ ਲਈ ਅਸੀਂ ਇੱਕ ਟਾਸਕ ਫੋਰਸ ਹੈ ਜਿਹੜੀ ਉਹ ਬਣਾ ਦਿੱਤੀ ਹੈ। ਸਟੇਟ ਗਵਰਨਮੈਂਟ ਵਾਲੇ ਇਸ਼ੂਜ਼ ਨੇ ਜਿਹੜੇ ਉਹ ਪ੍ਰਾਇਮਰੀਲੀ ਅਸੀਂ ਹੱਲ ਕਰ ਦਿੱਤੇ ਨੇ। ਹੁਣ ਸੈਂਟਰਲ ਗਵਰਨਮੈਂਟ ਦੇ ਨਾਲ ਕੁਝ ਇਸ਼ੂਜ਼ ਨੇ ਜਿਹਦੇ ਬਾਰੇ ਅਸੀਂ ਪਿਛਲੇ ਦਿਨਾਂ ਦੇ ਵਿੱਚ ਪਾਵਰ ਮਿਨਿਸਟਰ ਜਿਹੜੇ ਆਰ ਕੇ ਸਿੰਘ ਜੀ ਉਹਨਾਂ ਨੂੰ ਮਿਲ ਕੇ ਆਏ ਹਾਂ, ਉਹ ਅੰਡਰ ਪ੍ਰੋਸੈਸ ਨੇ। ਔਰ ਇਹਦੇ ਨਾਲ ਅੱਜ ਸਾਰੀ ਦੁਨੀਆ ਗ੍ਰੀਨ ਹਾਈਡਰੋਜਨ ਵੱਲ, ਜਿਹੜੇ ਨਾਰਮਲ ਫੋਸਿਲ ਫਿਊਲ ਨੇ ਪੈਟਰੋਲ ਡੀਜ਼ਲ, ਇਹ ਸਾਰੀ ਦੁਨੀਆ ਦੇ ਵਿੱਚੋਂ ਹੀ ਇਹ ਖਤਮ ਹੋ ਰਹੇ ਨੇ। ਦੁਨੀਆ ਗ੍ਰੀਨ ਹਾਈਡਰੋਜਨ ਵੱਲ ਵਧ ਰਹੀ ਹੈ ਤੇ ਪਰਾਲੀ ਹੈ ਜਿਹੜੀ ਉਹ ਗ੍ਰੀਨ ਹਾਈਡਰੋਜਨ ਦਾ ਵਨ ਆਫ ਦਾ ਬੈਸਟ ਕਲੀਨ ਐਂਡ ਗ੍ਰੀਨ ਸੋਰਸ ਹੋ ਸਕਦਾ ਹੈ। ਉਹਦੇ ਬਾਰੇ ਵੀ ਮੈਂ ਮੀਟਿੰਗ ਕੀਤੀ ਹੈ ਪਿਛਲੇ ਦਿਨਾਂ ਦੇ ਵਿੱਚ ਤੇ ਉਹਦੇ ਇੱਕ ਬਿਹਤਰੀਨ ਗ੍ਰੀਨ ਹਾਈਡਰੋਜਨ ਦੀ ਪਾਲਿਸੀ ਹੈ ਜਿਹੜੀ ਉਹ ਅਸੀਂ ਬਣਾ ਰਹੇ ਹਾਂ ਤਾਂ ਕਿ ਲੋਕਾਂ ਇਹੋ ਜਿਹੇ ਇਨਵੈਸਟਰਸ ਨੂੰ ਅਸੀਂ ਪੰਜਾਬ ਦੇ ਵਿੱਚ ਲੈ ਕੇ ਆਈਏ, ਪੰਜਾਬ ਦੇ ਇਨਵੈਸਟਰਸ ਨੂੰ ਕਹੀਏ ਕਿ ਤੁਸੀਂ ਇਹ ਪਲਾਂਟ ਲਾਓ ਤਾਂ ਕਿ ਸਾਰੀ ਪਰਾਲੀ ਹੈ ਜਿਹੜੀ ਕਿ ਅੱਜ ਸਾੜ ਦਿੱਤੀ ਜਾਂਦੀ ਹੈ, ਕਿਸਾਨਾਂ ਦਾ ਨੁਕਸਾਨ ਹੁੰਦਾ ਹੈ, ਵਾਤਾਵਰਣ ਦਾ ਨੁਕਸਾਨ ਹੁੰਦਾ ਹੈ, ਧਰਤੀ ਦਾ ਨੁਕਸਾਨ ਹੁੰਦਾ ਹੈ, ਉਹਨੂੰ ਆਪਾਂ ਮੁਨਾਫੇ ਦਾ ਸੌਦਾ ਜਿਹੜਾ ਉਹ ਬਣਾ ਸਕੀਏ। ਇਸ ਪਾਸੇ ਲੱਗਿਆ। ਇਹਨੂੰ ਥੋੜਾ ਜਿਹਾ ਸਮਾਂ ਤਾਂ ਜ਼ਰੂਰ ਲੱਗੇ ਕਿਉਂਕਿ ਬੜੇ ਇਨੀਸ਼ੀਅਲ ਸਟੇਜ ਦੇ ਉੱਪਰ ਇਸ ਨੂੰ ਯੂਜ਼ ਕਿਸ ਤਰੀਕੇ ਨਾਲ ਕੀਤਾ ਜਾਂਦਾ ਕਿਉਂਕਿ ਇਸ ਦੇ ਬਾਰੇ ਲੋਕਾਂ ਨੂੰ ਜ਼ਿਆਦਾ ਹਜੇ ਤੱਕ ਜਾਣਕਾਰੀ ਹੈ ਨਹੀਂ। ਦੇਖੋ ਜਿਹੜੀ ਪਰਾਲੀ ਹੈ, ਪਰਾਲੀ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਪਰਾਲੀ ਤੋਂ CBG ਕੰਪਰੈਸਡ ਬਾਇਓਗੈਸ ਬਣਦੀ ਹੈ, CNG ਕੰਪਰੈਸਡ ਨੈਚੁਰਲ ਗੈਸ ਬਣਦੀ ਹੈ, ਪਰਾਲੀ ਤੋਂ ਬਿਜਲੀ ਬਣਦੀ ਹੈ, ਪਰਾਲੀ ਤੋਂ ਬ੍ਰਿਕੇਟਸ ਬਣਦੀਆਂ ਨੇ ਜਿਹੜੀਆਂ ਛੋਟੇ ਉਹ ਬਣਦੀਆਂ ਨੇ ਜਿਹਦੇ ਨਾਲ ਤੁਹਾਡੇ ਜਿਹੜੇ ਫਰਨੈਸਿਸ ਨੇ ਔਰ ਭੱਠੇ ਨੇ, ਪੈਲੇਟਸ ਬਣਦੀਆਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਉਹ ਫਿਊਲ ਦੇ ਤੌਰ ਤੇ ਯੂਜ਼ ਹੁੰਦਾ ਹੈ। ਇਸੇ ਤਰੀਕੇ ਦੇ ਨਾਲ ਇਹ ਤੋਂ ਕਾਰਡਬੋਰਡ ਵੀ ਬਣ ਸਕਦਾ ਹੈ। ਇਹਦੇ ਨਾਲ ਇਹ ਤੋਂ ਜਿਵੇਂ ਦੱਸਿਆ ਵੀ ਗ੍ਰੀਨ ਹਾਈਡਰੋਜਨ ਹੈ ਜਿਹੜੀ ਉਹ ਵੀ ਬਣ ਸਕਦੀ ਹੈ। ਸੋ ਇਹ ਠੀਕ ਹੈ ਵੀ ਕਿਸਾਨਾਂ ਕੋਲੇ ਵਿਚਾਰਿਆਂ ਕੋਲੇ ਅੱਜ ਸਾਧਨ ਨਹੀਂ ਹੈਗਾ, ਉਹਨਾਂ ਕੋਲ ਆਲਟਰਨੇਟਿਵ ਨਹੀਂ ਹੈਗਾ, ਇਸ ਕਰਕੇ ਉਹ ਇਹਨੂੰ 10 12 15 ਦਿਨਾਂ ਦਾ ਗੈਪ ਹੁੰਦਾ ਦੋਨੋਂ ਫਸਲਾਂ ਦੇ ਵਿੱਚ, ਉਹ ਇਹਨੂੰ ਸਾੜ ਦਿੰਦੇ ਨੇ। ਪਰ ਆਪ ਵੀ ਔਖੇ ਹੁੰਦੇ ਨੇ, ਆਪ ਦੀ ਸਿਹਤ ਵੀ ਖਰਾਬ ਕਰਦੇ ਨੇ, ਵਾਤਾਵਰਣ ਵੀ ਖਰਾਬ ਕਰਦੇ ਨੇ, ਮਿੱਟੀ ਦਾ ਨੁਕਸਾਨ ਵੀ ਕਰਦੇ ਨੇ। ਪਰ ਇਹਨੂੰ ਇਸੇ ਲਾਇਬਿਲਿਟੀ ਨੂੰ, ਪਰਾਲੀ ਦੀ ਲਾਇਬਿਲਿਟੀ ਨੂੰ ਅਸੀਂ ਐਸਿਡ ਦੇ ਵਿੱਚ ਕਨਵਰਟ ਕਰਨ ਵਾਲੇ ਪਾਸੇ ਜ਼ੋਰ ਸ਼ੋਰ ਨਾਲ ਲੱਗੇ ਹੋਏ ਹਾਂ। ਇੱਕ ਸਾਲ ਦੇ ਵਿੱਚ, ਕਿਉਂਕਿ 1 ਸਾਲ ਪੂਰਾ ਹੋ ਚੁੱਕਿਆ ਸਰਕਾਰ ਦਾ, ਤਾਂ ਇਸ 1 ਸਾਲ ਦੇ ਵਿੱਚ ਕਿਸ ਤਰੀਕੇ ਨਾਲ ਤੁਸੀਂ ਲੋਕਾਂ ਨੂੰ ਅਵੇਅਰ ਕਰ ਪਾਏ ਹੋ? ਪਹਿਲਾਂ ਜਿਹੜਾ ਪਰਾਲੀ ਸੜਦੀ ਸੀਗੀ, ਹੁਣ ਪਰਾਲੀ ਕਿੰਨੀ ਕੁ ਸੜੀ ਹੈ ਇਸ ਸੀਜ਼ਨ ਦੇ ਵਿੱਚ, ਉਸ ਦੇ ਬਾਰੇ ਵੀ ਨਹੀਂ, ਕੰਪੈਰੇਟਿਵਲੀ ਦੇਖਿਆ ਜਾਵੇ ਤੇ ਪਿਛਲੇ ਸੀਜ਼ਨ ਨਾਲੋਂ ਇਸ ਸੀਜ਼ਨ ਕਾਫੀ ਘੱਟ ਸੜੀ ਹੈ ਪਰਾਲੀ। ਹੁਣ ਜੇ ਮੈਂ ਤੁਹਾਨੂੰ ਚਲੋ ਫਿਗਰਸ ਦੇ ਵਿੱਚ ਨਾ ਜਾਂਦਾ, ਜੇ ਮੈਂ ਤੁਹਾਨੂੰ ਆਪਦੇ ਸਾਡੇ ਸੁਨਾਮ ਇਲਾਕੇ ਦੀ ਗੱਲ ਕਰਦੀ ਹੈ, ਜਿਸ ਦਿਨ ਸਾਡਾ ਉਹ ਪਲਾਂਟ ਲੱਗਿਆ ਹੈ 3-4 ਪੁਆਇੰਟ ਤਾਂ ਮੇਰੇ ਆਪਣੇ ਹਲਕੇ ਦੇ ਵਿੱਚ ਮੈਂ ਦੇਖ ਲਏ ਵੀ ਜਿੱਥੇ ਪਿੰਡਾਂ ਵਾਲਿਆਂ ਨੇ ਹਿੰਮਤ ਕਰਕੇ ਉਹਨਾਂ ਉਸ ਪਰਾਲੀ ਦੀਆਂ ਗੱਠਾਂ ਬਣਾ ਕੇ ਆਪਦੇ 1-2 ਕਿੱਲੇ 2 ਕਿੱਲਿਆਂ ਦੇ ਵਿੱਚ ਉਹ ਸਾਂਭ ਲਈ ਤੇ ਉਹਨਾਂ ਪਲਾਂਟਾਂ ਨੂੰ ਉਹ ਸਪਲਾਈ ਕਰਦੇ ਨੇ। ਸੋ ਵਾਟ ਆਈ ਮੀਨ ਟੂ ਸੇ ਇਜ਼ ਕਿ ਈਕੋਸਿਸਟਮ ਹੈ ਜਿਹੜਾ, ਮਾਹੌਲ ਜਦੋਂ ਸਰਕਾਰ ਇਹੋ ਜਿਹਾ ਬਣਾਵੇ ਕਿ ਉਹਦੀ ਖਪਤ ਹੋਣ ਲੱਗ ਜੇ ਤੇ ਉਹ ਫਿਰ ਸਿਸਟਮ, ਆਪਣੇ ਪੰਜਾਬੀ ਤਾਂ ਇਹੋ ਜਿਹੀ ਹਿੰਮਤੀ ਕੌਮ ਹੈ, ਇਹਨਾਂ ਨੂੰ ਤਾਂ ਕੋਈ ਰਾਹ ਦੇਖਣਾ ਚਾਹੀਦਾ, ਉੱਥੇ ਬਾਕੀ ਰਾਹ ਤਾਂ ਆਪ ਹੀ ਬਣਾ ਲੈਂਦੇ ਨੇ। ਸੋ ਜਦੋਂ ਸਰਕਾਰ ਇੱਕ ਕਿਸੇ ਈਕੋਸਿਸਟਮ ਦੇ ਦੂਗੀ ਤੇ ਉਹਨੂੰ ਪਰਾਲੀ ਨੂੰ ਸਾਂਭਣਾ ਕਿਵੇਂ ਹੈ, ਇਕੱਠਾ ਕਿਵੇਂ ਕਰਨਾ ਹੈ, ਟਰਾਂਸਪੋਰਟ ਕਿਵੇਂ ਕਰਨਾ ਤੇ ਉਹਨੂੰ ਕਿਵੇਂ ਯੂਟਿਲਾਈਜ਼ ਕਰਨਾ ਹੈ, ਉਹ ਤਾਂ ਬੜੀ ਜਲਦੀ ਹੀ ਤੁਹਾਨੂੰ ਮਲਟੀਪਲ ਆਪਸ਼ਨਸ ਜਿਹੜੇ ਉਹਦੇ ਨਜ਼ਰ ਆਉਣਗੀਆਂ। ਜੀ ਬਿਲਕੁਲ ਅਮਨ ਜੀ, ਕਿਉਂਕਿ 1 ਸਾਲ ਪੂਰਾ ਹੋ ਚੁੱਕਿਆ ਹੈ, ਤੁਸੀਂ ਕਿਵੇਂ ਦੇਖਦੇ ਹੋ ਓਵਰਆਲ ਕਾਰਗੁਜ਼ਾਰੀ ਸਰਕਾਰ ਦੀ ਕੀ ਸੀਗੀ? ਮਾਨ ਸਰਕਾਰ ਜਦੋਂ ਆਈ ਹੈ, ਲੋਕਾਂ ਨੇ ਬਦਲਾਅ ਦੇ ਨਾਂ ਤੇ ਵੋਟ ਦਿੱਤੇ ਸੀਗੇ ਤੇ ਬਦਲਾਅ ਦੇ ਨਾਂ ਤੇ ਵੋਟ ਪੈ ਗਏ, ਉਸ ਤੋਂ ਬਾਅਦ ਹੁਣ 1 ਸਾਲ ਦਾ ਟੈਨਿਓਰ, ਕਿਉਂਕਿ 20% ਟੈਨਿਓਰ ਤੁਹਾਡਾ ਪੂਰਾ ਹੋ ਚੁੱਕਿਆ ਹੈ, ਗੋਲਸ ਤੁਹਾਡੇ ਕੀ ਕੁਝ ਸੀਗੇ, ਕਿੰਨੇ ਕੋ ਅਚੀਵ ਕਰ ਚੁੱਕੇ ਹੋ, ਤਾਂ ਆਪਣੀ ਸਰਕਾਰ ਨੂੰ ਕਿਸ ਤਰੀਕੇ ਨਾਲ ਰੇਟ ਕਰਦੇ? ਦੇਖੋ, ਇਸ ਤਰ੍ਹਾਂ ਕਿ ਜਿਵੇਂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਗੱਲ ਕਹੀ ਕਿ ਸਭ ਤੋਂ ਵੱਡੀ ਸਾਡੀ ਜਿੱਤ ਤਾਂ ਇਹੀ ਹੈ ਕਿ ਲੋਕਾਂ ਦੇ ਵਿੱਚ ਅੱਜ ਵਿਸ਼ਵਾਸ ਬਣ ਚੁੱਕਿਆ ਕਿ ਕੋਈ ਪੋਲੀਟੀਕਲ ਪਾਰਟੀ ਲੀਡਰਸ਼ਿਪ ਵੀ ਇਮਾਨਦਾਰ ਹੋ ਸਕਦੀ ਹੈ ਤੇ ਅੱਜ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਉਹ ਸ਼ੱਕ ਸੋਫੇ ਨੇ ਜਿਹੜੇ ਲੋਕਾਂ ਦੇ ਸਾਰੇ ਦੂਰ ਹੋ ਚੁੱਕੇ। ਸਰਕਾਰ ਪੂਰੀ ਇਮਾਨਦਾਰੀ ਤਨਦੇਹੀ ਨਾਲ ਕੰਮ ਕਰਨ ਲੱਗੀ ਹੋਈ ਹੈ। ਸਾਡੇ ਜਿਹੜੇ 2-3 ਕੋਰ ਏਰੀਆਜ਼ ਹੈਗੇ, ਸਾਡੀਆਂ ਸਟਰੈਂਥਸ ਹੈਗੀਆਂ ਜਿਨ੍ਹਾਂ ਦੇ ਉੱਪਰ ਅਸੀਂ ਫੋਕਸ ਕਰਨ ਦਾ ਵਾਅਦਾ ਕੀਤਾ ਸੀਗਾ। ਹੈਲਥ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਕੰਮ ਹੈ ਜਿਹੜਾ ਉਹ ਚੱਲ ਰਿਹਾ ਹੈ। 504 ਮੁਹੱਲਾ ਕਲੀਨਿਕ ਨੇ ਜਿਹੜੇ ਆਮ ਆਦਮੀ ਕਲੀਨਿਕ ਉਹ ਬਣ ਚੁੱਕੇ ਨੇ। ਨਵੇਂ ਤਕਰੀਬਨ 100-125 ਹੋਰ ਤਿਆਰ ਹੋ ਰਹੇ ਨੇ। ਮੈਡੀਕਲ ਕਾਲਜਿਸ ਦੇ ਉੱਪਰ ਕੰਮ ਹੈ ਜਿਹੜਾ ਉਹ ਚੱਲ ਰਿਹਾ ਹੈ। ਇਸ ਨਵੀਆਂ ਭਰਤੀਆਂ ਡਾਕਟਰਾਂ ਨਰਸਾਂ ਦੀਆਂ ਉਹ ਚੱਲ ਰਹੀਆਂ ਨੇ। ਸਕੂਲਾਂ ਦੇ ਉੱਪਰ ਸਕੂਲ ਆਫ ਐਮੀਨੈਂਸ 117 ਉਹ ਬਣ ਰਹੇ ਨੇ ਔਰ ਟੀਚਰਾਂ ਨੂੰ ਬਾਹਰ ਭੇਜਣ ਦਾ ਕੰਮ ਹੈ ਜਿਹੜਾ ਉਹ ਚੱਲ ਰਿਹਾ ਹੈ। ਵੱਡੇ ਪੱਧਰ ਦੇ ਉੱਪਰ ਕੰਮ ਚੱਲ ਰਿਹਾ ਹੈ। ਇਸੇ ਤਰੀਕੇ ਦੇ ਨਾਲ ਤੁਸੀਂ ਦੇਖਿਆ ਕਿ ਮਾਈਨਿੰਗ ਜਿਹੜਾ ਕਿ ਬੜਾ ਰੌਲਾ ਪਾਉਂਦੇ ਸੀਗੇ ਵਿਰੋਧੀ, ਉਹ ਪਬਲਿਕ ਖੱਡਾਂ ਨੇ ਜਿਹੜੀਆਂ ਉਹ ਸ਼ੁਰੂ ਕੀਤੀਆਂ ਨੇ, ਮਾਨ ਸਾਹਿਬ ਪਿਛਲੇ ਦਿਨਾਂ 'ਚ ਕਰਕੇ ਆਏ ਨੇ ਤੇ ਅੱਜ ਹੀ ਉਹਨੇ ਨਾਲ ਹੀ ਫਰਕ ਇੰਨਾ ਪੈ ਗਿਆ ਕਿ ਅੱਜ ਰੇਟ ਨੇ ਜਿਹੜੇ ਉਹ ਤੀਜਾ ਹਿੱਸਾ ਰਹਿ ਗਏ ਨੇ। ਇਹ ਇਮਾਨਦਾਰ ਰਾਜਨੀਤੀ ਦੀ ਵਜ੍ਹਾ ਕਰਕੇ ਹੋਇਆ। ਐਕਸਾਈਜ਼ ਦੀ ਆਪਾਂ ਗੱਲ ਕਰ ਲਈਏ, ਪਿਛਲੀਆਂ ਸਰਕਾਰਾਂ ਜਿਹੜੀਆਂ 70-72 ਸਾਲਾਂ ਦੇ ਵਿੱਚ
ਰੈਵਨਿਊ ਐਕਸਾਈਜ਼ ਤੋਂ ਸਿਰਫ 6200 ਕਰੋੜ ਤੱਕ ਲੈ ਕੇ ਗਈਆਂ ਸੀਗੀਆਂ। ਅਸੀਂ ਪਹਿਲੇ ਸਾਲ ਹੀ 6200 ਕਰੋੜ ਤੋਂ ਲੈ ਕੇ ਇਹ ਜਿਹੜਾ ਪਰਸੋਂ ਅਸੀਂ ਬਜਟ ਪੇਸ਼ ਕੀਤਾ ਹੈ ਉਹਦੇ ਵਿੱਚ ਸਾਡਾ ਟਾਰਗੇਟ ਰੱਖਿਆ ਸੀ 9600 ਕਰੋੜ, ਯਾਨੀ ਕਿ 75 ਸਾਲਾਂ 'ਚ 6200 ਕਰੋੜ ਤੇ 2 ਸਾਲ ਪੂਰੇ ਹੋਣ ਤੱਕ ਅਸੀਂ ਉਹ 6200 ਤੋਂ ਲੈ ਕੇ 9600 ਕਰੋੜ ਤੱਕ ਲੈ ਜਾਾਂਗੇ। ਬਾਕੀ ਚਾਹੇ ਸਟੈਂਪ ਡਿਊਟੀ ਦੀ ਗੱਲ ਕਰ ਲਈਏ, ਚਾਹੇ GST ਦੀ ਗੱਲ ਕਰ ਲਈ, ਉਹਦੇ ਵਿੱਚ ਵੱਡੇ ਪੱਧਰ ਦੇ ਉੱਪਰ ਇਜ਼ਾਫਾ ਜਿਹੜਾ ਉਹ ਹੋਇਆ। ਲੋਕ ਲੀਡਰ ਰਸੂਖਦਾਰ ਲੋਕ ਅੱਜ ਤੱਕ ਤੁਹਾਨੂੰ ਜ਼ਮੀਨਾਂ ਤੇ ਕਬਜ਼ੇ ਕਰਦੇ ਦੇਖੇ ਹੋਣਗੇ, ਛਡਾਉਂਦਾ ਕੋਈ ਮੰਤਰੀ ਕੋਈ ਸਰਕਾਰ ਪਹਿਲੀ ਵਾਰੀ ਦਿਖੀ ਹੈ। ਸੋ ਇਹ ਵੱਡੇ ਪੱਧਰ ਦੇ ਉੱਪਰ ਕੰਮ ਨੇ ਜਿਹੜੇ ਉਹ ਹੋ ਰਹੇ ਨੇ ਜੀ। ਔਰ ਆਉਣ ਵਾਲੇ ਦਿਨਾਂ 'ਚ ਹਜੇ ਤਾਂ ਮੈਂ ਮੰਨ ਕੇ ਚੱਲਦਾ ਕਿ ਹਜੇ ਤਾਂ ਗੱਡੀ ਅਸੀਂ ਲੀਹ ਤੇ ਲੈ ਕੇ ਆਏ ਹਾਂ, ਕਿਉਂਕਿ ਜਦੋਂ ਤੁਸੀਂ ਸਿਸਟਮ ਚੇਂਜ ਕਰਨ ਵਾਲੇ ਪਾਸੇ ਚੱਲਦੇ ਹੋ ਨਾ, ਜਿਹਦਾ ਸਿਸਟਮ ਤੁਹਾਨੂੰ ਰੈਜ਼ਿਸਟ ਕਰਦਾ ਹੈ, ਕਿਉਂਕਿ ਇੰਨੇ ਸਾਲਾਂ ਦਾ ਇੱਕ ਭ੍ਰਿਸ਼ਟ ਸਿਸਟਮ ਬਣਿਆ ਸੀਗਾ, ਉੱਪਰ ਤੋਂ ਲੈ ਕੇ ਤੱਕ ਥੱਲੇ ਤੱਕ ਸਾਰੇ ਹਿੱਸੇਦਾਰੀਆਂ ਸੀਗੀਆਂ ਵੱਡਿਆਂ ਛੋਟਿਆਂ ਦੀਆਂ, ਉਹਨੂੰ ਜਦੋਂ ਤੁਸੀਂ ਓਵਰਆਲ ਕਰਨਾ ਹੈ, ਅਪਸਾਈਡ ਡਾਊਨ ਕਰਨਾ ਹੈ, ਤੇ ਉਹ ਰੈਜ਼ਿਸਟ ਕਰਦਾ। ਹੁਣ ਮੈਨੂੰ ਲੱਗਦਾ ਸਾਰਿਆਂ ਨੂੰ, ਵੱਡੇ ਛੋਟਿਆਂ ਨੂੰ, ਚਾਹੇ ਕੋਈ ਅਫਸਰ ਹੈ, ਚਾਹੇ ਕੋਈ ਬਾਬੂ ਹੈ, ਚਾਹੇ ਕੋਈ ਕਲਰਕ ਹੈ, ਚਾਹੇ ਕੋਈ ਪੋਲੀਟੀਕਲ ਬੰਦਾ ਹੈ, ਉਹਨੂੰ ਸਮਝ ਆ ਚੁੱਕੀ ਹੈ ਕਿ ਹੁਣ ਉਹ ਪਹਿਲਾਂ ਵਾਲੇ ਤੌਰ ਤਰੀਕੇ ਨੇ ਜਿਹੜੇ ਉਹ ਚੱਲਣੇ ਨਹੀਂ ਹੈਗੇ। ਅਸਲ ਕੰਮ ਦੀ ਰਫ਼ਤਾਰ ਤਾਂ ਅਸੀਂ ਹੁਣ ਫੜਾਂਗੇ ਇਸ ਸਾਲ ਦੇ ਵਿੱਚ। ਠੀਕ, ਬਹੁਤ ਧੰਨਵਾਦ ਜੀ, ਤੇ ਉਮੀਦ ਕਰਦੇ ਹਾਂ ਤੁਹਾਡਾ ਅਗਲਾ ਵੀ ਜਿਹੜਾ ਬਾਕੀ ਟੈਨਿਓਰ ਬਚਿਆ ਰਿਹਾ ਉਹ ਵੀ ਵਧੀਆ ਰਹੇ। ਤੇ ਆ ਸੀਗੇ ਸਾਡੇ ਨਾਲ ਅਮਨ ਅਰੋੜਾ ਜੀ, ਜਿਨ੍ਹਾਂ ਨੇ ਦੱਸਿਆ ਕਿ ਪਿਛਲੇ 1 ਸਾਲ ਦੇ ਵਿੱਚ ਸਰਕਾਰ ਦੀ ਕੀ ਕੁਝ ਅਚੀਵਮੈਂਟ ਸੀਗੀ, ਕੀ ਕੁਝ ਰਿਪੋਰਟ ਕਾਰਡ ਸੀਗਾ, ਤੇ ਨਾਲ ਦੇ ਨਾਲ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਤੇ ਭਰੋਸਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਣਾਇਆ ਗਿਆ। ਕੈਮਰਾਮੈਨ ਅਸ਼ਵਨੀ ਦੇ ਨਾਲ ਅਨਮੋਲ ਸਿੰਘ ਗੁਲਾਟੀ, ਜ਼ੀ ਮੀਡੀਆ, ਚੰਡੀਗੜ੍ਹ।